अलैकुम वीरो। ਅੱਜ ਮੈਂ ਆਪਣਾ ਹੀ ਲਿਖਿਆ ਪੜ੍ਹ ਕੇ ਸੁਣਾਉਣ ਲੱਗਿਆ। ਇਸ ਵਾਸਤੇ ਫੋਟੋ ਤੋਂ ਜ਼ਿਆਦਾ ਆਪਣੀ ਸਮਾਤ 'ਤੇ ਧਿਆਨ ਰੱਖਣਾ, ਕੰਨਾਂ 'ਤੇ ਧਿਆਨ ਰੱਖਣਾ, ਕਿਉਂਕਿ ਮੈਂ ਇੱਥੋਂ ਲੈਪਟਾਪ ਤੋਂ ਪੜ੍ਹ ਕੇ ਸੁਣਾਉਣ ਲੱਗਿਆ। ਅਮੂਮੀ ਤੌਰ 'ਤੇ ਕਿਸੇ ਵੀ ਸਕਾਲਰ ਦੇ ਜ਼ਾਤੀ ਖਿਆਲਾਤ ਦਾ ਜਵਾਬ ਦੇਣਾ ਮੁਨਾਸਿਬ ਨਹੀਂ ਸਮਝਦਾ, ਕਿਉਂਕਿ ਹਰ ਕਿਸੇ ਨੂੰ ਆਪਣੇ ਮਾੜੇ ਚੰਗੇ ਖਿਆਲਾਤ ਜਾਂ ਬਿਆਨੀਏ ਰੱਖਣ ਦਾ ਪੂਰਾ ਹੱਕ ਹੈ। ਪਰ ਮੇਰੇ ਬਹੁਤ ਸਾਰੇ ਮਾਣਯੋਗ ਵੀਰਾਂ ਜਦ ਮੈਨੂੰ ਮਾਰੂਫ ਪੋਲੀਟੀਕਲ ਸਾਇੰਟਿਸਟ ਡਾਕਟਰ ਇਸ਼ਤਿਆਕ ਅਹਿਮਦ ਦੇ ਉਰਦੂ ਤੇ ਪੰਜਾਬੀ ਜ਼ੁਬਾਨ ਬਾਰੇ ਹਾਲੀਆ ਬਿਆਨ ਦੀ ਇੱਕ YouTube ਵੀਡੀਓ ਸੈਂਡ ਕੀਤੀ ਕਿ ਜਿਸ ਵਿੱਚ ਉਹਨਾਂ ਅੱਜ ਤੱਕ ਹੋਈਆਂ ਮਰਦਮਸ਼ੁਮਾਰੀਆਂ ਦੇ ਰਿਆਸਤੀ ਆਜ਼ਾਦੋ-ਸ਼ੁਮਾਰ ਪੜ੍ਹਨ ਨਾਲ ਉਰਦੂ ਤੇ ਪੰਜਾਬੀ ਜ਼ੁਬਾਨ ਦੇ ਹਵਾਲੇ ਨਾਲ ਕੁਝ ਕਨਫਿਊਜ਼ਡ ਜਾਂ ਕਹਿ ਲਓ ਕਿ ਮੁਤਨਾਜ਼ਿਆ ਕਿਸਮ ਦੀ ਗੱਲਬਾਤ ਕੀਤੀ, ਤੇ ਮੈਨੂੰ ਇਸ ਗੱਲ ਦੀ ਤਰੀਕ ਮਿਲੀ ਕਿ ਮੈਂ ਇਸ ਬਾਰੇ ਆਪਣੇ ਮਾੜੇ ਚੰਗੇ ਵਿਚਾਰ ਸਾਂਝੇ ਕਰਾਂ। ਇਹ ਕਿ ਉਹਨਾਂ ਜਿੰਨੀ ਵੀ ਗੱਲਬਾਤ ਕੀਤੀ ਉਹ ਮੁਗਲ ਦਰਬਾਰ ਤੇ ਬ੍ਰਿਟਿਸ਼ ਸਾਮਰਾਜ ਦੇ ਸਰਸਰੀ ਜਾਇਜ਼ੇ ਤੋਂ ਸ਼ੁਰੂ ਹੋ ਕੇ ਪਾਕਿਸਤਾਨ ਤੇ ਮੁੱਕ ਗਈ, ਜਦ ਕਿ ਪੰਜਾਬੀ ਜ਼ੁਬਾਨ ਦਾ ਇਤਿਹਾਸ ਆਪਣੇ ਤੌਰ ਇੱਕ ਬਹੁਤ ਵਸੀਹ ਮੌਜੂ ਹੈ। ਮੈਂ ਇੱਕ ਵਾਰੀ ਪੰਜਾਬੀ ਜ਼ੁਬਾਨ ਦੇ ਇੱਕ ਵੱਡੇ ਤੇ ਇੰਤਹਾਈ ਕਾਬਿਲ ਸਕਾਲਰ ਡਾਕਟਰ ਜੋਗਾ ਸਿੰਘ, ਜਿਹੜੇ ਕਿ ਪੰਜਾਬ ਯੂਨੀਵਰਸਿਟੀ ਤੋਂ MA ਐਂਥਰੋਪੋਲੋਜੀਕਲ ਲਿੰਗੁਇਸਟਿਕ, ਉਸਮਾਨੀਆ ਯੂਨੀਵਰਸਿਟੀ ਹੈਦਰਾਬਾਦ ਤੋਂ MPhil ਲਿੰਗੁਇਸਟਿਕਸ ਤੇ ਯੂਨੀਵਰਸਿਟੀ ਆਫ ਯਾਰਕ UK ਤੋਂ PhD ਲਿੰਗੁਇਸਟਿਕਸ ਨੇ, ਉਹਨਾਂ ਨੂੰ ਪੰਜਾਬੀ ਜ਼ੁਬਾਨ ਦੇ ਔਰਿਜਨ ਤੇ ਇੰਟਰਵਿਊ ਦੇਣ ਦੀ ਬੇਨਤੀ ਕੀਤੀ, ਤੇ ਉਹਨਾਂ ਇਹ ਆਖ ਕੇ ਅੱਗੇ ਟੋਰ ਦਿੱਤਾ ਕਿ ਜੇ ਗ੍ਰਾਮਰ ਤੇ ਗੱਲ ਕਰਨੀ ਹੈ ਤੇ ਮੈਂ ਹਾਜ਼ਰ ਹਾਂ, ਪਰ ਪੰਜਾਬੀ ਦੇ ਔਰਿਜਨ ਤੇ ਗੱਲਬਾਤ ਵਾਸਤੇ ਫਲਾਂ ਬੰਦਾ ਜ਼ਿਆਦਾ ਮੌਜੂ ਹੈ। ਪੰਜਾਬੀ ਦੇ ਔਰਿਜਨ ਦੇ ਹਵਾਲੇ ਨਾਲ ਤੁਸੀਂ ਉਹਨਾਂ ਨਾਲ ਗੱਲ ਕਰ ਲਓ। ਇਹਦਾ ਮਤਲਬ ਇਹ ਹਰਗਿਜ਼ ਨਹੀਂ ਕਿ ਕਿਸੇ ਦੂਜੇ ਡਿਸਿਪਲਿਨ ਦਾ ਬੰਦਾ ਕਿਸੇ ਹੋਰ ਡਿਸਿਪਲਿਨ ਤੇ ਕਾਮਨ ਸੈਂਸ ਦੀ ਬੁਨਿਆਦ ਤੇ ਉੱਠਣ ਵਾਲੇ ਸਵਾਲਾਂ ਤੇ ਗੱਲ ਨਹੀਂ ਕਰ ਸਕਦਾ, ਪਰ ਮਿਸਾਲ ਦੇਣ ਦਾ ਮਕਸਦ ਇਹ ਹੈ ਕਿ ਜਿੱਥੇ ਨੌਲੇਜ ਪੂਰੀ ਨਾ ਹੋਏ ਉੱਥੇ ਸਪੈਸ਼ਲਿਸਟ ਓਪੀਨੀਅਨ ਕੰਸੀਡਰ ਕਰਨ ਵਿੱਚ ਵੀ ਕੋਈ ਹਰਜ ਨਹੀਂ ਹੋਣਾ ਚਾਹੀਦਾ। ਉਹਨਾਂ ਆਪਣੇ ਬਿਆਨ ਵਿੱਚ ਫਰਮਾਇਆ ਕਿ ਉਹਨਾਂ ਨੂੰ ਪੰਜਾਬ ਵਿੱਚ ਉਰਦੂ ਨਾਫਜ਼ ਕੀਤੇ ਜਾਣ ਜਾਂ ਪੰਜਾਬੀ ਨਾ ਪੜ੍ਹਾਏ ਜਾਣ ਵਿੱਚ ਕਿਸੇ ਸਾਜ਼ਿਸ਼ ਦਾ ਸਬੂਤ ਨਹੀਂ ਮਿਲੇਗਾ। ਕੈਸੀ ਅਜੀਬ ਗੱਲ ਹੈ ਕਿ ਡਾਕਟਰ ਸਾਹਿਬ ਨੂੰ ਕੋਈ ਸਬੂਤ ਨਹੀਂ ਮਿਲਿਆ ਕਿ ਪੰਜਾਬੀ ਜ਼ੁਬਾਨ ਖਿਲਾਫ ਕੋਈ ਸਾਜ਼ਿਸ਼ ਹੋਈ ਜਾਂ ਉਰਦੂ ਦਾ ਨਫਾਜ਼ ਕੋਈ ਸਾਜ਼ਿਸ਼ ਸੀ, ਪਰ ਇਸ ਗੱਲ ਦਾ ਉਹਨਾਂ ਨੂੰ ਪੱਕ ਹੈ ਕਿ ਇਸਟੈਬਲਿਸ਼ਮੈਂਟ ਪੰਜਾਬੀ ਨੂੰ ਕੌਮੀ ਜ਼ੁਬਾਨ ਨਹੀਂ ਬਣਨ ਦੇਵੇਗੀ। ਇੱਕ ਸੋਝਵਾਨ ਦਾ ਕੰਮ ਇਹ ਦੱਸਣਾ ਨਹੀਂ ਹੋਣਾ ਚਾਹੀਦਾ ਕਿ ਇਸਟੈਬਲਿਸ਼ਮੈਂਟ ਕਿਹੜੀ ਗੱਲ ਹੋਣ ਦੇਵੇਗੀ ਔਰ ਕਿਹੜੀ ਨਹੀਂ ਹੋਣ ਦੇਵੇਗੀ। ਕੀ ਲੁਕਾਈ ਦੀ ਆਗਾਹੀ, ਸ਼ਊਰ ਔਰ ਜਾਣਕਾਰੀ ਜਾਂ ਸਿੱਖਿਆ ਵਾਸਤੇ ਇੰਨਾ ਹੀ ਕਾਫੀ ਨਹੀਂ ਸੀ ਕਿ ਮੁਤਹਿਦਾ ਪਾਕਿਸਤਾਨ ਵਿੱਚ ਉਰਦੂ ਦੀ ਰੇਸ਼ੋ ਸਿਰਫ 3% ਸੀ ਤੇ ਬੰਗਾਲੀ ਅਕਸਰੀਅਤ ਜਾਣ ਬਾਅਦ ਇਹ 7% ਹੋ ਗਈ, ਜਿਹੜੀ ਕਿ ਹਲੇ ਤਿੱਕਰ ਤਮਾਮ ਤਰ ਰਿਆਸਤੀ ਵਸਾਇਲ ਔਰ ਪ੍ਰੋਪੇਗੰਡੇ ਬਾਵਜੂਦ 7% ਹੀ ਹੈ। ਕੀ ਇਹ ਦੱਸ ਦੇਣਾ ਕਾਫੀ ਨਹੀਂ ਸੀ ਕਿ ਹਿੰਦੀ ਤੇ ਉਰਦੂ, ਫਾਰਸੀ, ਅਰਬੀ ਤੇ ਸੰਸਕ੍ਰਿਤ ਜਿਹੀਆਂ ਵੱਡੀਆਂ ਤੇ ਤਰੀਖੀ ਜ਼ਬਾਨਾਂ ਦੇ ਚੰਦ ਲਫ਼ਜ਼ਾਂ ਦੇ ਵਰਤਾਵੇ ਤੇ ਲਿਪੀਆਂ ਯਾਨੀ ਸਕ੍ਰਿਪਟਸ ਦੇ ਫਰਕ ਨਾਲ ਇੱਕੋ ਜ਼ੁਬਾਨ ਨੇ? ਇਹ ਆਮੀਆਨਾ ਸੱਚ ਬਾਰੇ ਸ਼ਊਰ ਦੇਣ ਬਾਅਦ ਕੁਝ ਸਵਾਲ, ਕੁਝ ਫੈਸਲੇ ਲੁਕਾਈ ਦੇ ਸ਼ਊਰ ਤੇ ਵੀ ਛੱਡ ਦੇਣਾ ਚਾਹੀਦੇ ਨੇ ਕਿ ਉਹ ਜਿਸ ਜ਼ਬਾਨ ਨੂੰ ਮੁਸਲਮਾਨਾਂ ਨੇ ਹਿੰਦ ਦੀ ਮੁਤਬਰਕ ਜ਼ਬਾਨ ਜਾਂ ਹਿੰਦੂਆਂ ਦੀ ਪਵਿੱਤਰ ਜ਼ਬਾਨ ਸਮਝੀ ਬੈਠੇ ਨੇ, ਉਹ ਨਾ ਤੇ ਜੈਨੂਇਨ ਜਾਂ ਤਾਰੀਖੀ ਜ਼ਬਾਨ ਹੈ, ਨਾ ਹੀ ਇਸਲਾਮ ਤੇ ਹਿੰਦੂਇਜ਼ਮ ਦੀ ਜ਼ਬਾਨ ਹੈ। ਤੁਸੀਂ ਕਹਿੰਦੇ ਹੋ ਤੁਹਾਨੂੰ ਉਰਦੂ ਦੇ ਨਫਾਜ਼ ਪਿੱਛੇ ਕਿਸੇ ਸਾਜ਼ਿਸ਼ ਦਾ ਸਬੂਤ ਨਹੀਂ ਮਿਲਿਆ। ਜੇ ਤੁਹਾਡਾ ਖਿਆਲ ਹੈ ਕਿ 1881-82 ਦੇ ਅੱਗੇ ਪਿੱਛੇ ਪੰਜਾਬ ਵਿੱਚ ਪੰਜਾਬੀ ਬਜਾਏ ਗੰਗਾ ਜਮਨਾ ਤਹਿਜ਼ੀਬ ਨਾਲ ਜੁੜੀ ਉਰਦੂ ਦਾ ਨਫਾਜ਼ ਸਾਜ਼ਿਸ਼ ਨਹੀਂ ਸੀ, ਤੇ ਫਿਰ ਤੇ ਈਸਟ ਇੰਡੀਆ ਕੰਪਨੀ ਵੀ ਕੋਈ ਸਾਜ਼ਿਸ਼ ਨਹੀਂ ਸੀ। ਸੱਚੀ ਗੱਲ, ਡਾਕਟਰ ਸਾਹਿਬ ਦਾ ਬਿਆਨ ਸੁਣ ਕੇ ਮੈਨੂੰ ਹਾਫਿਜ਼ ਮਹਿਮੂਦ ਸ਼ਰਾਨੀ ਦਾ ਉਹ ਮਸ਼ਹੂਰੇ ਜ਼ਮਾਨਾ ਜਾਂ ਕਹਿ ਲਓ ਕਿ ਪ੍ਰੋਪੇਗੈਂਡੇ ਨਾਲ ਮਸ਼ਹੂਰ ਕੀਤਾ ਗਿਆ ਥੀਸਿਸ ਚੇਤੇ ਆ ਰਿਹਾ ਹੈ ਕਿ ਜਿਸ ਵਿੱਚ ਉਹਨਾਂ ਸਾਡੇ ਢੱਗਿਆਂ ਨੂੰ ਇਹ ਤਸੱਲੀ ਦੇ ਕੇ ਆਪਣੀ ਮਾਦਰੀ ਜ਼ਬਾਨ ਦੇ ਨਫਾਜ਼ ਦੇ ਮੁਤਾਲਬੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਕਿ ਉਰਦੂ ਪੰਜਾਬੀ ਵਿੱਚੋਂ ਹੀ ਨਿਕਲੀ ਹੈ ਤੇ ਦਰਅਸਲ ਇਹ ਮਾਡਰਨ ਪੰਜਾਬੀ ਹੈ। ਇਹ ਮੇਰਾ ਜਵਾਬ ਸੀ ਡਾਕਟਰ ਇਸ਼ਤਿਆਕ ਅਹਿਮਦ ਦੇ ਹਾਲੀਆ ਬਿਆਨ ਉੱਤੇ। ਔਰ ਇੱਕ ਛੋਟੀ ਜੀ ਗੱਲ ਮੈਂ ਜਾਂਦੇ ਜਾਂਦੇ ਆਪਣੇ ਪੰਜਾਬੀ ਵੀਰਾਂ ਵਾਸਤੇ ਇਹ ਕਰਦਾ ਜਾਵਾਂ, ਇੱਕ ਰੱਬ ਦਾ ਵਾਸਤਾ ਜਿਹੜੀਆਂ ਤੁਸੀਂ ਟਿਕਟੌਕ ਵੀਡੀਓਜ਼ ਬੇਹੁਦਾ ਕਿਸਮ ਦੇ ਜੋਕਸ ਵਾਲੀਆਂ ਸ਼ੇਅਰ ਕਰ ਰਹੇ ਹੋ, ਉਹ ਤੁਸੀਂ ਆਪਣਾ ਮਜ਼ਾਕ ਆਪ ਬਣਵਾ ਰਹੇ ਹੋ, ਤੇ ਇੰਜ ਦੇ ਘਟੀਆ ਲਤੀਫੇ ਔਰ ਇੰਜ ਦੇ ਵਲਗਰ ਲਤੀਫੇ ਸ਼ੇਅਰ ਕਰਨਾ ਬੰਦ ਕਰੋ
ਔਰ ਪੜ੍ਹੇ ਲਿਖੇ ਸੌਜਵਾਨਾਂ ਦੀਆਂ ਗੱਲਾਂ ਸ਼ੇਅਰ ਕਰੋ ਟਿਕਟੌਕ ਦੇ ਉੱਤੇ, ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਪੰਜਾਬੀ ਕੌਮ ਕੋਈ ਇੰਟਲੈਕਟ ਵੀ ਰੱਖਦੀ ਹੈ, ਕੋਈ ਸ਼ਊਰ ਵੀ ਰੱਖਦੀ ਹੈ, ਕੋਈ ਤਹਿਜ਼ੀਬ ਵੀ ਰੱਖਦੀ ਹੈ, ਔਰ ਕੋਈ ਪੜ੍ਹੀ ਲਿਖੀ ਗੱਲ ਵੀ ਸਾਂਝੀ ਕਰਦੀ ਹੈ। ਔਰ ਪੰਜਾਬੀ ਜ਼ੁਬਾਨ ਦਾ ਲਿਟਰੇਚਰ ਕਿੰਨਾ ਵਸੀਹ ਔਰ ਕਿੰਨਾ ਸੋਹਣਾ ਹੈ। ਤੁਹਾਡੇ ਕੋਲ ਬਾਬੇ ਮੌਜੂਦ ਨੇ ਪੰਜਾਬੀ ਦੇ, ਸੂਫੀ ਮੌਜੂਦ ਨੇ, ਤੁਸੀਂ ਉਹਨਾਂ ਦੇ ਕਾਲ ਟਿਕਟੌਕ 'ਤੇ ਸ਼ੇਅਰ ਕਰੋ। 2-3 ਦਿਨ ਪਹਿਲੇ ਡਾਕਟਰ ਜੋਗਾ ਸਿੰਘ ਦਾ ਇੰਟਰਵਿਊ ਕੀਤਾ, ਜਿਹੜਾ ਮੇਰਾ YouTube ਚੈਨਲ 'ਤੇ ਪਿਆ ਹੈ। ਉਹਦੇ ਵਿੱਚ ਕੋਈ 150 ਐਸੇ ਜੁਮਲੇ ਨੇ ਜਿਹੜੇ ਸੋਨੇ ਦੇ ਪਾਣੀ ਨਾਲ ਲਿਖਣ ਵਾਲੇ ਨੇ, ਔਰ ਉਹ ਮੁਖਤਸਰ ਜੁਮਲੇ ਨੇ। ਤੁਸੀਂ ਉਹਨਾਂ ਵਿੱਚੋਂ ਕੋਈ ਜੁਮਲੇ ਚੁੱਕ ਕੇ ਉਹਨਾਂ 'ਤੇ ਟਿਕਟੌਕ ਵੀਡੀਓਜ਼ ਬਣਾਓ। ਪੰਜਾਬੀ ਜ਼ੁਬਾਨ ਨੂੰ, ਆਪਣੀ ਮਾਦਰੀ ਜ਼ੁਬਾਨ ਨੂੰ, ਆਪਣੀ ਮਾਂ ਬੋਲੀ ਨੂੰ ਇੱਜ਼ਤ ਬਖਸ਼ੋ। ਰੱਬ ਰਾਖਾ।